ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਭਾਟੀਆ। ਪੰਜਾਬ ਦੇ ਵਿੱਚ ਕੋਰੋਨਾ ਨੂੰ ਲੈ ਕੇ ਸਥਿਤੀ ਦਿਨ-ਬ-ਦਿਨ ਖਰਾਬ ਹੋ ਰਹੀ ਹੈ। 238 ਕੇਸ ਹੁਣ ਤੱਕ ਪੋਜ਼ਿਟਿਵ ਆ ਚੁੱਕੇ ਨੇ ਤੇ 16 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੂਬਾ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਹਨਾਂ ਦੇ ਸਿਹਤ ਪ੍ਰਬੰਧ ਵੀ ਦਿਨੋ-ਦਿਨ ਬਿਹਤਰ ਹੋ ਰਹੇ ਨੇ। ਰੈਪਿਡ ਟੈਸਟਿੰਗ ਕੀਤੀ ਜਾ ਰਹੀ ਹੈ, ਸਕਰੀਨਿੰਗ ਹੋ ਰਹੀ ਹੈ, ਪਰ ਬਾਵਜੂਦ ਇਸ ਦੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਕਈ ਸਾਰੇ ਇਤਰਾਜ਼ ਹੈਗੇ ਨੇ ਕਿ ਜਿਸ ਤਰ੍ਹਾਂ ਦੇ ਪ੍ਰਬੰਧ ਜਿਸ ਪੱਧਰ ਦੇ ਹੋਣੇ ਚਾਹੀਦੇ ਸੀ ਉਸ ਤਰ੍ਹਾਂ ਦੇ ਪ੍ਰਬੰਧ ਨਹੀਂ ਹੋ ਪਾਏ। ਹਾਲਾਂਕਿ ਸੈਂਟਰ ਵੱਲੋਂ ਦਿੱਤੀ ਜਾ ਰਹੀ ਮਦਦ ਨੂੰ ਲੈ ਕੇ ਵੀ ਦੋਹਾਂ ਵਿੱਚ ਕਾਫੀ ਕੌਨਫਲਿਕਟ ਜਾਰੀ ਹੈਗੇ ਨੇ। ਸ਼੍ਰੋਮਣੀ ਅਕਾਲੀ ਦਲ ਕਰੋਨਾ ਦੇ ਖਿਲਾਫ ਇਸ ਜੰਗ ਦੇ ਵਿੱਚ ਕਿੱਥੇ ਖੜਾ ਹੈਗਾ, ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸਾਂਸਦ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੌਜੂਦ ਨੇ। ਬਾਦਲ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਜੀ ਦੈਨਿਕ ਸਵੇਰਾ ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਦਲ ਸਾਹਿਬ, ਸਭ ਤੋਂ ਪਹਿਲਾਂ ਮਦਦ ਨੂੰ ਲੈ ਕੇ ਬੜੀ ਅਸੀਂ ਪਹਿਲੀ ਜਿਹੜੇ ਵਿਵਾਦ ਤੋਂ ਗੱਲਬਾਤ ਸ਼ੁਰੂ ਕਰਾਂਗੇ, ਉਸ ਤੋਂ ਬਾਅਦ ਸਾਰੀਆਂ ਮੁੱਦਿਆਂ ਤੇ ਤੁਹਾਨੂੰ ਸਵਾਲ ਕਰਾਂਗੇ। ਸਭ ਤੋਂ ਪਹਿਲਾਂ ਰਿਲੀਫ ਫੰਡ ਨੂੰ ਲੈ ਕੇ ਬੜਾ ਵਿਰੋਧਾਭਾਸ ਹੈਗਾ ਦੋਨਾਂ ਸੈਂਟਰ ਔਰ ਸਟੇਟ ਗਵਰਨਮੈਂਟ ਦੇ ਵਿੱਚ। ਤੁਸੀਂ ਕਲੀਅਰ ਕਰ ਸਕਦੇ ਹੋ ਆਖਿਰਕਾਰ ਕਿ ਸੈਂਟਰ ਨੇ ਮਦਦ ਕੀਤੀ ਕਿੰਨੀ ਹੈਗੀ ਹੈ ਪੰਜਾਬ ਦੀ? ਕਿਆ ਪੰਜਾਬ ਉਸ ਨੂੰ ਹਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਕੀ? ਮੈਨੂੰ ਤਾਂ ਹੈਰਾਨੀ ਆਉਂਦੀ ਹੈ ਅੱਜ ਟ੍ਰਿਬਿਊਨ ਵਿੱਚ ਜਦੋਂ ਮੁੱਖ ਮੰਤਰੀ ਦਾ ਬਿਆਨ ਉਹਨਾਂ ਦੇ ਮੀਡੀਆ ਐਡਵਾਈਜ਼ਰ ਨੇ ਦਿੱਤਾ। ਮੈਨੂੰ ਐਂ ਲੱਗਦਾ ਕਿ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਉਹਦੇ ਖਜ਼ਾਨੇ 'ਚ ਕੀ ਆਉਂਦਾ, ਕਿੱਥੋਂ ਆਉਂਦਾ ਤੇ ਕਿਵੇਂ ਆਉਂਦਾ ਹੈ। 6000 ਕਰੋੜ ਰੁਪਇਆ ਹਰ ਸਾਲ ਕੀ ਹੁੰਦਾ ਹੈ, ਡਿਜ਼ਾਸਟਰ ਰਿਲੀਫ ਫੰਡ ਕ੍ਰੀਏਟ ਕੀਤਾ ਜਾਂਦਾ ਹੈ, ਜਿਹੜਾ ਤੁਸੀਂ ਗਵਰਨਮੈਂਟ ਆਫ ਇੰਡੀਆ 75% ਦਿੰਦੀ ਹੈ ਤੇ 25% ਸਟੇਟ ਗਵਰਨਮੈਂਟ ਦਿੰਦੀ ਹੈ। ਐਂਡ ਕਈ ਸਾਲਾਂ ਤੋਂ ਇਕੱਠਾ ਹੋ ਕੇ ਇੱਕ ਸੈਪਰੇਟ ਫੰਡ ਰਹਿੰਦਾ ਹੈ ਜਿਹੜਾ ਜਿੱਥੇ ਕੋਈ ਡਿਜ਼ਾਸਟਰ ਹੋ ਜੇ ਤੇ ਉਦੋਂ ਹੀ ਵਰਤ ਸਕਦੇ ਹੋ, ਤਾਂ ਪਹਿਲੇ ਉਸ ਫੰਡ ਨੂੰ ਵਰਤ ਨਹੀਂ ਸਕਦੇ। ਜਿਹਦੇ ਚੋਂ 75% ਫੰਡ ਸੈਂਟਰ ਦਾ ਤੇ ਸੈਂਟਰ ਅਪਰੂਵ ਕਰਦੀ ਹੈ ਕਿ ਡਿਜ਼ਾਸਟਰ ਹੈ ਕਿ ਨਹੀਂ। ਐ ਨਹੀਂ ਹੈ ਕਿ ਪੰਜਾਬ ਗਵਰਨਮੈਂਟ ਆਪਣੇ ਆਪ ਕਰਦੇ। ਸੋ ਇਸ ਸਿਚੁਏਸ਼ਨ 'ਚ ਇਹਨਾਂ ਜਿਹੜੇ 6000 ਕਰੋੜ ਰੁਪਇਆ ਜਿਹੜਾ ਉਹਨਾਂ ਨੂੰ ਡਿਜ਼ਾਸਟਰ ਰਿਲੀਫ ਫੰਡ ਉਹਨਾਂ ਕੋਲ ਪਿਆ ਹੈ, ਉਹਨਾਂ ਦੀ ਕਿਤਾਬਾਂ 'ਚ ਪਿਆ ਹੈ, ਤੇ ਸੈਂਟਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਉਹਦੇ 'ਚੋਂ ਪੈਸਾ ਯੂਜ਼ ਕਰੋ। ਹਰ ਸਟੇਟ ਨੂੰ ਕਿਹਾ। ਤੇ ਮੈਂ ਹੈਰਾਨੀ ਹੈ ਕਿ ਕਹਿ ਰਿਹਾ ਕਿ ਉਸ ਫੰਡ ਉਹਨਾਂ ਕੋਲ ਪੈਸਾ ਹੈ ਨਹੀਂ ਉਹਦੇ ਵਾਸਤੇ। ਯਾਰ ਤਾਂ ਸਾਰੇ ਪੈਸਾ 75% ਐਸਾ ਵੀ ਹੈ, 75% ਤਕਰੀਬਨ 1000 ਕਰੋੜ ਰੁਪਇਆ ਸਾਲ ਦਾ ਆਉਂਦਾ ਹੈ ਸੈਂਟਰ ਦਿੰਦੀ ਹੈ। ਪਰ ਉਹ ਤਾਂ ਵਰਤ ਸਕਦੇ ਹੋ ਜਦੋਂ ਸੈਂਟਰ ਤੁਹਾਨੂੰ ਕਹੇ। ਤੇ ਮੈਂ ਹੈਰਾਨ ਹੈ ਜਦੋਂ ਕੈਪਟਨ ਸਾਹਿਬ ਦਾ ਸਟੇਟਮੈਂਟ ਆਉਂਦੀ ਹੈ ਕਿ ਸਾਨੂੰ ਕੋਈ ਮਿਲਿਆ ਨਹੀਂ। ਪਰ ਸੀਐਮ ਦਾ ਜਿਹੜਾ ਬਿਆਨ ਸੀਗਾ, ਉਹਨਾਂ ਨੇ ਕਿਹਾ ਕਿ ਸਾਨੂੰ ਸਾਡਾ ਜਿਹੜਾ GST ਦਾ ਏਰੀਅਰ ਸੀਗੇ ਉਹ ਵੀ ਪੂਰੇ ਨਹੀਂ ਮਿਲੇ। 4400 ਕਰੋੜ ਰੁਪਏ ਅਜੇ ਵੀ ਸੈਂਟਰ ਵੱਲ ਪੈਂਡਿੰਗ ਹੈਗਾ, ਉਹ ਉਹੀ ਅਜੇ ਤੱਕ ਉਹਨਾਂ ਨੇ ਕਲੀਅਰ ਨਹੀਂ ਕੀਤੇ। GST ਤਾਂ ਚੱਲਦਾ ਖਾਤਾ ਹੈ, ਜਿਵੇਂ ਕੋਈ ਦੁਕਾਨ ਦਾ ਤੁਹਾਡਾ ਚੱਲਦਾ ਖਾਤਾ ਹੈ ਕਿ ਤੁਸੀਂ ਸਮਾਨ ਲਿਆ ਆੜਤੀਏ ਤੋਂ, ਆੜਤੀਏ ਨੇ ਆਪਣੇ ਕਿਸਾਨ ਨੂੰ ਉਹ ਰੋਜ਼ ਆਉਂਦਾ, ਕੁਝ ਲੈ ਜਾਂਦਾ, ਛੱਡ ਜਾਂਦਾ ਹੈ, ਉਹ ਚੱਲਦਾ ਖਾਤਾ ਹੈ। ਉਹਦੇ ਵਿੱਚ ਉਹ ਲੈ ਆਉਂਦਾ ਜਾਂਦਾ ਰਹਿੰਦਾ ਹੀ ਪੈਸਾ। ਅੱਜ ਸੈਪਰੇਟ ਖਾਤਾ ਹੈ ਜਿੱਥੋਂ ਕੱਲਾ ਡਿਜ਼ਾਸਟਰ ਦੇ ਮੌਕੇ ਤੇ ਤੁਸੀਂ ਖਰਚ ਸਕਦੇ ਹੋ ਸੈਂਟਰ ਦੇ ਪੈਸਾ। ਸੋ ਪੈਸਾ ਅਲੱਗ ਹੈ। ਜਿਹੜਾ ਚੱਲਦਾ ਖਾਤਾ ਹੈ ਤੁਸੀਂ ਚੱਲਦੇ ਖਾਤੇ ਦੀ ਇਸ ਕੰਮ 'ਚ ਕਿਉਂ ਵਿੱਚ ਮਿਲਾ ਸਕਦੇ ਹੋ? ਚੱਲਦੇ ਖਾਤੇ ਨੂੰ ਤਾਂ ਤੁਸੀਂ ਉਹ ਤਾਂ ਰੂਟੀਨ ਚੱਲਦਾ ਹੈ, ਆ ਗਿਆ ਪੈਸਾ ਚੱਲ ਗਿਆ। ਕੱਲਾ ਨਹੀਂ, ਸਾਰੀ ਸਟੇਟਾਂ ਨਾਲ ਵੀ ਆਹੀ ਸਿਸਟਮ ਹੈ। ਜਦੋਂ ਪੈਸਾ ਆ ਜਾਂਦਾ ਫਿਰ ਕੀ ਕਹਿੰਦੇ, ਫਿਰ ਉਹਨੂੰ ਧੰਨਵਾਦ ਕਰਦੇ ਸੈਂਟਰ ਨੂੰ ਜਦੋਂ ਚੱਲਦੇ ਖਾਤੇ 'ਚ ਪੈਸਾ ਹੁੰਦਾ ਹੈ। ਇੱਕ ਐਸੀਆਂ ਗੱਲਾਂ ਕਿਉਂਕਿ ਕੈਪਟਨ ਸਾਹਿਬ ਕਿਉਂਕਿ ਸਰਕਾਰ ਉਹਨਾਂ ਨੇ ਚਲਾਈ ਨਹੀਂ 3 ਸਾਲ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਕੀ ਹੋ ਕੀ ਰਿਹਾ, ਤੇ ਤਾਂ ਹੀ ਉਹ ਅੱਜ ਐਸੇ ਬਿਆਨ ਦੇ ਰਹੇ ਆ ਜਿਹੜੇ ਬਿਲਕੁਲ ਹੀ ਗਲਤ ਬਿਆਨ। ਸਰ, ਜਿਸ ਬਿਆਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਸੀਐਮ ਵੱਲੋਂ ਇਹ ਵੀ ਗੱਲ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ ਸੈਂਟਰ ਨੇ ਸਾਡਾ ਪੈਸਾ ਤੇ ਸਾਨੂੰ ਕੀ ਮੋੜਨਾ ਸੀ। ਉਹਨਾਂ ਨੇ ਨਾ ਤਾਂ ਕਿਸਾਨਾਂ ਨੂੰ ਬੋਨਸ ਤੇ ਅਜੇ ਤੱਕ ਹਾਮੀ ਭਰੀ ਔਰ ਨਾ ਹੀ ਜਿਹੜਾ ਬੀਮਾ ਕਰਨਾ ਸੀਗਾ, ਜਿਨ੍ਹਾਂ ਨੂੰ ਅਸੀਂ ਕਰੋਨਾ ਵਾਰੀਅਰਸ ਕਹਿ ਰਹੇ, ਜਿਹੜੇ ਮੁਲਾਜ਼ਮ ਪਹਿਲੀ ਕਤਾਰ 'ਚ ਲੜਾਈ ਲੜ ਰਹੇ, ਨਾ ਉਹਨਾਂ ਦੇ ਬੀਮੇ ਦੇ ਉੱਤੇ ਹਾਮੀ ਭਰੀ। ਪਹਿਲੀ ਗੱਲ ਹੈ, ਬੋਨਸ ਦੀ ਗੱਲ ਕਿਤੇ ਸੈਂਟਰ ਨੇ ਕਹੀ ਨਹੀਂ। ਜੇ ਕੋਈ ਗੱਲ ਕਹੀ ਨਹੀਂ ਤੇ ਤੁਸੀਂ ਉਹਦੇ ਕਿਵੇਂ ਕਹਿ ਸਕਦੇ ਹੋ ਹਲ ਨਹੀਂ ਦਿੱਤਾ? ਕੀ ਤੁਸੀਂ ਅਖਬਾਰ ਕਿਤੇ ਪੜ੍ਹੇ ਕਿ ਸੈਂਟਰ ਨੇ ਬੋਨਸ ਦਊਗੀ? ਜਿਹੜਾ ਕਰੋਨਾ ਵਾਰੀਅਰ ਤੇ ਜਿਹੜਾ ਬੀਮਾ ਕੀਤਾ ਉਹ ਸੈਂਟਰ ਸਰਕਾਰ ਨੇ ਕਰਤਾ ਹੈ। ਸੈਂਟਰ ਸਰਕਾਰ ਨੇ ਇੱਕ ਪਾਲਿਸੀ ਲੈ ਲਈ ਹੈ ਸਾਰਿਆਂ ਵਾਸਤੇ। ਐ ਨਹੀਂ ਹੈ ਕਿ ਇਕੱਲਾ ਹੁਣ ਕੈਪਟਨ ਸਾਹਿਬ ਵਾਸਤੇ ਲਾਉਣਗੇ, ਔਰ ਪੂਰੇ ਦੇਸ਼ ਦੇ ਸਾਰੇ ਸੂਬਿਆਂ ਦੇ ਉਹਨਾਂ ਦੀ ਸੈਂਟਰਲ ਪਾਲਿਸੀ ਹੁੰਦੀ ਹੈ। ਔਰ ਕਿਸਾਨਾਂ ਨੂੰ ਲੈ ਕੇ ਕੀ ਸਥਿਤੀ ਹੈਗੀ? ਬਾਦਲ ਸਾਹਿਬ, ਤੁਸੀਂ ਵੀ ਜ਼ਿਕਰ ਕੀਤਾ ਸੀਗਾ ਕਿ ਜਿਨ੍ਹਾਂ ਦੀ ਫਸਲ ਲੇਟ ਹੋਏਗੀ ਉਹਨਾਂ ਨੂੰ
ਫੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਏ, ਉਹਨੂੰ ਲੈ ਕੇ ਮੈਂ ਉਹੀ ਬੇਨਤੀ ਕੀਤੀ ਸੀ ਕਿ ਆ ਜਿਹੜਾ ਕਿਉਂਕਿ ਕਣਕ ਦਾ ਸਮਾਂ ਆ ਗਿਆ ਜੀ, ਜੇ ਆਪਾਂ ਇਕੱਠੇ ਸਾਰੇ ਮੰਡੀ 'ਚ ਲੈ ਕੇ ਆਵਾਂਗੇ ਫਸਲ ਤੇ ਫਸਲ ਫਿਰ ਆ ਜਿਹੜਾ ਸੋਸ਼ਲ ਡਿਸਟੈਂਸਿੰਗ ਖਤਮ ਹੋ ਜਾਊਗੀ ਤੇ ਭੀੜ ਪੈ ਜਾਊਗੀ ਤੇ ਬਿਮਾਰੀ ਫੈਲਣ ਦਾ ਜ਼ਿਆਦਾ ਸੌਖਾ ਜ਼ਿਆਦਾ ਬਿਮਾਰੀ ਫੈਲ ਸਕਦੀ ਹੈ। ਮੈਂ ਰਿਕੁਐਸਟ ਕੀਤੀ ਸੀ ਪੰਜਾਬ ਸਰਕਾਰ ਨੂੰ ਵੀ ਕਿ ਦਿੱਲੀ ਸਰਕਾਰ ਨੂੰ ਵੀ ਕਿ ਦੋਨੋਂ ਕੁਛ ਨਾ ਕੁਛ ਬੋਨਸ ਦੇ ਦਿਓ ਜਿਹਦੇ ਨਾਲ ਲੋਕ ਕਿਸਾਨ 15 ਦਿਨ ਲੇਟ ਹੋਣ ਜਾਂ 20 ਦਿਨ ਲੇਟ ਕਰਨ ਉਹਨਾਂ ਨੂੰ ਕੋਈ ਫਾਇਦਾ ਹੋ ਜਾਏ, ਪਰ ਦੋਨੋਂ ਸਰਕਾਰਾਂ ਨੇ ਕੋਈ ਇਹਦਾ ਕੋਈ ਫੈਸਲਾ ਨਹੀਂ ਕੀਤਾ ਤੇ ਇਸ ਕਰਕੇ ਗੱਲ ਉੱਥੇ ਹੀ ਰਹਿ ਗਈ ਜੀ। ਹੁਣ ਅੱਗੇ ਤੁਹਾਨੂੰ ਹੋਪ ਹੈਗੀ ਆ ਬਲ ਸਾਹਿਬ ਕਿ ਦੁਬਾਰਾ ਇਹਦੇ ਲਈ ਰਿਮਾਈਂਡਰ ਦੀ ਲੋੜ ਹੈਗੀ? ਤੁਹਾਨੂੰ ਕੀ ਲੱਗਦਾ? ਕਿਉਂਕਿ ਪੰਜਾਬ ਦੇ ਵਿੱਚ ਸਥਿਤੀ ਹੋਰ ਹੋ ਗਈ, ਕਿਉਂਕਿ ਪੰਜਾਬ ਦੇ ਵਿੱਚ ਸਥਿਤੀ ਹੋਰ ਹੋ ਗਈ, ਪੰਜਾਬ ਦੇ ਵਿੱਚ ਗੜੇ ਵੀ ਪੈ ਗਏ, ਮੀਂਹ ਵੀ ਪੈ ਗਿਆ, ਕਣਕ ਦਾ ਦਾਣਾ ਵੀ ਉਹ ਹੋ ਗਿਆ, ਕਾਲਾ ਹੋ ਗਿਆ। ਹੁਣ ਉਹ ਮੈਨੂੰ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਪਰ ਇੱਕ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਹੁਣ ਨਵਾਂ ਕੇਸ ਇਮੀਡੀਏਟਲੀ ਭੇਜਣਾ ਚਾਹੀਦਾ ਸੈਂਟਰ ਨੂੰ, ਕਿਉਂਕਿ ਕੇਸ ਸੈਂਟਰ ਨੇ ਪੰਜਾਬ ਸਰਕਾਰ ਨੇ ਬਣਾਉਣਾ ਹੈ। ਹੁਣ ਸੈਂਟਰ ਨੂੰ ਦਿੱਲੀ ਬੈਠੇ ਲੋਕਾਂ ਨੂੰ ਕੀ ਪਤਾ ਕਿਹੜੇ ਜ਼ਿਲ੍ਹੇ ਕਿਹੜੇ ਪਿੰਡ 'ਚ ਗੜੇ ਪਏ ਆ। ਇਹਨਾਂ ਨੂੰ ਇਮੀਡੀਏਟਲੀ ਬਣਾਉਣਾ ਚਾਹੀਦਾ ਕਿ ਕੇਸ ਕਿ ਆਹ ਇੱਥੇ ਗੜੇ ਪਏ ਆ, ਸਾਨੂੰ ਆਹ ਕੰਪਨਸੇਸ਼ਨ ਦਿੱਤੀ ਜਾਏ ਜਾਂ ਕੁਝ ਕੀਤਾ ਜਾਏ। ਹੁਣ ਡਿਪੈਂਡ ਕਰਦਾ, ਤੁਸੀਂ ਦੇਖਦੇ ਹੋ ਕਿ ਪੰਜਾਬ ਸਰਕਾਰ ਤਾਂ ਸੁੱਤੀ ਪਈ ਹੈ। ਮੈਨੂੰ ਕਹਿਣਾ ਨਹੀਂ ਚਾਹੀਦਾ ਸੀ। ਮੈਂ ਤੁਸੀਂ ਦੇਖਦੇ ਹੋਣੇ ਮੈਂ ਪਿਛਲੇ 2 ਮਹੀਨੇ ਦਾ ਹੀ ਬਿਆਨ ਦੇ ਰਿਹਾ ਜਿਹਦਾ ਕਰੋਨਾ ਹੋਇਆ ਕਿ ਆਪਾਂ ਨੂੰ ਇੱਕ ਦੂਜੇ ਨੂੰ ਕ੍ਰਿਟਿਸਾਈਜ਼ ਕਰਨ ਦੀ ਲੋੜ ਨਹੀਂ, ਪਰ ਜਿੱਥੇ ਹੁਣ ਤੇ ਮੁਸ਼ਕਿਲ ਸਾਹਮਣੇ ਆਉਂਦੀ ਹੈ ਉਹ ਦੱਸਣ ਦੀ ਲੋੜ ਤਾਂ ਪੈਂਦੀ ਹੈ। ਕਿਉਂਕਿ ਇਹ ਸਵਾਲ ਮੇਰਾ ਇਸ ਲਈ ਸੀਗਾ, ਕਿਸਾਨਾਂ ਨੂੰ ਦੋਹਰੀ ਮਾਰ ਪੈ ਗਈ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿਸਾਨਾਂ ਦੀ ਹੈਲਪ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਮੈਨੂੰ ਪਤਾ ਹੈ ਕਿ ਸਾਡੇ ਲੰਬੀ ਹਲਕੇ 'ਚ ਵੀ ਮਤਲਬ 15-20 ਪਿੰਡ ਤੇ ਦਵਾਂ ਤਬਾਹ ਹੋ ਗਏ, ਗੜੇ ਨਾਲ ਤਬਾਹ ਹੋ ਗਏ ਆ। ਤੇ ਹੁਣ ਕੀ ਹੋਣਾ ਹੈ? ਗੜੇ ਪੈ ਗਏ, ਮੀਂਹ ਪੈ ਗਿਆ, ਕਿਸਾਨ ਡਰ ਗਿਆ, ਹੁਣ ਸਾਰਿਆਂ ਨੇ ਮੰਡੀ 'ਚ ਭੱਜਣਾ। ਹੁਣ ਆਹ ਸਮੱਸਿਆ ਅਤੇ ਜਿਹੜੀ ਮੰਡੀਆਂ ਦੀ ਹਾਲਾਤ ਹੈ ਜੀ ਹੈ ਕਿ ਜਿਹੜੇ ਇਹਨਾਂ ਨੇ ਕੂਪਨ ਸਿਸਟਮ ਸ਼ੁਰੂ ਕੀਤਾ ਹੈ ਉਹਦੇ ਵਿੱਚ ਬੜੀ ਪੱਖਪਾਤ ਹੈ। ਉਹਦੇ ਕਾਂਗਰਸੀ ਚੇਅਰਮੈਨ ਹੈ, ਉਹ ਜਿਹਨੂੰ ਜੀ ਕਰਦੇ ਆਪਣੇ ਪੋਲੀਟੀਕਲ ਅਫੀਲੀਏਸ਼ਨ ਉਹਨਾਂ ਨੂੰ ਦੇਈ ਜਾਂਦੇ ਆ। ਜਿਹੜੀ ਆਹੀ ਗੱਲ ਮੈਂ ਕੈਪਟਨ ਸਾਹਿਬ ਨੂੰ ਜਿਹੜੇ ਸਾਡੀ ਆਲ ਪਾਰਟੀ ਮੀਟਿੰਗ 'ਚ ਕਿਹਾ ਸੀ ਕਿ ਜਿਹੜਾ ਕੂਪਨ ਸਿਸਟਮ ਹੈ ਜਾਂ ਤਾਂ ਡੀਸੀਜ਼ ਤੇ ਛੱਡ ਦਿਓ ਤੇ ਡੀਸੀ ਨੂੰ ਕਹੋ ਕੋਈ ਪੱਖਪਾਤ ਨਾ ਹੋਏ, ਪਰ ਜੋ ਮੈਂ ਕਿਹਾ ਸੀ ਉਹੀ ਗੱਲ ਹੁਣ ਹੋਣ ਲੱਗ ਗਈ। ਪਰ ਬਾਲ ਸਾਹਿਬ ਇੱਕ ਮੰਡੀਆਂ ਦੇ ਵਿੱਚ ਇੱਕ ਨਵੀਂ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ। ਮੰਡੀਆਂ ਦੇ ਵਿੱਚ ਆੜਤੀਆਂ ਤੇ ਕਿਸਾਨਾਂ ਦੇ ਦਰਮਿਆਨ ਉਹ ਇੱਕ ਸਿਆਸੀਕਰਨ ਜਿਹਾ ਹੋ ਗਿਆ ਚੀਜ਼ਾਂ ਦਾ, ਵੀ ਜਿਹੜੇ ਪਾਵਰਫੁਲ ਆੜਤੀਏ ਨੇ ਉਹ ਆਪਦੇ ਪਸੰਦ ਦੇ ਲੋਕਾਂ ਨੂੰ ਪਾਸ ਇਸ਼ੂ ਕਰੀ ਜਾ ਰਹੇ ਨੇ, ਦੂਸਰੇ ਧਿਰ ਦੇ ਉਹਦੇ 'ਚ ਧਿਰ ਇਕੱਠੀਆਂ ਹੋ ਗਈਆਂ, ਅਕਾਲੀ ਦਲ ਦੇ ਵੱਖਰੇ ਹੋ ਗਏ, ਕਾਂਗਰਸ ਦੇ ਵੱਖਰੇ ਹੋ ਗਏ, ਜਿਹਦਾ ਜਿੱਥੇ ਇੱਕ ਹੱਥ ਪੈ ਰਿਹਾ ਉਹਨੇ ਇੱਕ ਪਾਸ ਲੈ ਕੇ ਥੱਲੇ ਲੋਕਾਂ ਨੂੰ ਕਿਸਾਨਾਂ ਨੂੰ ਦੇ ਰਿਹਾ। ਮੈਂ ਕੋਈ ਗੱਲ ਕੀ ਸੀ ਕਿ ਤੁਸੀਂ ਆੜਤੀਆਂ ਦੀ ਜਗ੍ਹਾ ਤੁਸੀਂ ਜੇ ਤੁਸੀਂ ਡੀਸੀ ਜਾਂ ਐਸਡੀਐਮ ਦੀ ਡਿਊਟੀ ਲਾਉਂਦੇ ਪਾਰਟ ਸਿਸਟਮ ਨਾ ਬਣ ਦੇਣ ਕਿ ਸਾਰਿਆਂ ਨੂੰ ਇਕੁਅਲ ਪਾਸ ਦੇਣੇ ਹੈ ਤੇ ਗੱਲ ਰੌਲਾ ਮੁੱਕ ਜਾਣਾ ਸੀ ਜੀ। ਹੁਣ ਜੇ ਜੋ ਮੈਂ ਕਿਹਾ ਸੀ ਉਹੀ ਹੋਣ ਲੱਗ ਗਿਆ ਜੀ। ਫਿਰ ਇਹਦਾ ਸੋਲੂਸ਼ਨ ਕੀ ਹੈ ਬਾਲ ਸਾਹਿਬ? ਸਿਰਫ ਇਹ ਐਡਮਿਨਿਸਟ੍ਰੇਸ਼ਨ ਦੇ ਹੱਥ 'ਚ ਦੇ ਦੇਣਾ ਚਾਹੀਦਾ ਇਹਨਾਂ ਤੋਂ ਲੈ ਕੇ ਆੜਤੀਆਂ ਤੋਂ? ਕੰਮ ਹੀ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ। ਨਹੀਂ ਆੜਤੀਆਂ ਨੂੰ ਬੁਲਾ ਲੈਣ, ਆੜਤੀਆਂ ਨੂੰ ਕਹਿਣਾ ਲਿਸਟਾਂ ਬਣਾ ਲੈਣ, ਲਿਸਟ ਬਣਾਉਣ ਆੜਤੀਏ ਜਿਹੜੇ ਆੜਤੀ ਨੇ ਮੈਰਿਟ ਲਿਸਟ ਬਣਾਉਣ, ਉਹਨਾਂ ਨੂੰ ਕਿੰਨੀ ਆੜਤ ਆਉਂਦੀ ਹੈ, ਕਿਹੜੇ ਪਿੰਡ ਕਿਸਾਨ ਹੈ, ਹਰ ਕਿਸਾਨ ਨੂੰ ਇਕੁਅਲੀ ਵੰਡੇ ਜਾਣ ਤਾਂ ਫਾਇਦਾ। ਪਰ ਮੋਨੀਟਰਿੰਗ ਤਾਂ ਸਰਕਾਰ ਕਰੇ ਨਾ, ਜੇ ਆੜਤੀਆਂ ਵੀ ਕਰ ਲੈਣ ਪਰ ਮੋਨੀਟਰਿੰਗ ਸਰਕਾਰ ਨੂੰ ਪੂਰੀ ਡੇਲੀ ਮੋਨੀਟਰਿੰਗ ਸਰਕਾਰ ਦੀ ਹੋਣੀ ਚਾਹੀਦੀ ਹੈ। ਇੱਕ ਬਾਲ ਸਾਹਿਬ ਬੜਾ ਇਤਰਾਜ਼ ਜ਼ਾਹਿਰ ਕੀਤਾ ਸੀਗਾ ਅਕਾਲੀ ਦਲ ਦੇ ਲੀਡਰ ਵੱਲੋਂ ਵੀ ਕਿਹਾ ਗਿਆ ਸੀਗਾ, ਅਸੀਂ ਦੇਖਿਆ ਅਕਾਲੀ ਦਲ ਦੇ ਅਲੱਗ-ਅਲੱਗ ਲੀਡਰਾਂ ਨੇ ਇਤਰਾਜ਼ ਜ਼ਾਹਿਰ ਕੀਤਾ ਸੀਗਾ ਕਿ ਹਸਪੀਟਲ ਦੇ ਵਿੱਚ ਪੀਪੀ ਕਿਟਸ ਨਹੀਂ ਪ੍ਰੋਪਰ ਪਹੁੰਚ ਪਾ ਰਹੀਆਂ ਜਾਂ ਪ੍ਰੋਪਰ ਇਕਵਿਪਮੈਂਟਸ ਨਹੀਂ ਮਿਲ ਪਾ ਰਹੇ, ਵੈਂਟੀਲੇਟਰਸ ਨਹੀਂ ਹੈਗੇ। ਪਰ ਦੂਸਰੇ ਪਾਸੇ ਇਹ ਚੀਜ਼ਾਂ ਇਹ ਵੀ ਨਿਕਲ ਕੇ ਆਈਆਂ ਕਿ ਜਿਹੜੇ SGPC ਦੇ ਹਸਪੀਟਲ ਹੈਗੇ ਨੇ ਉਹ ਵੀ ਸਰਕਾਰ ਦੇ ਨਾਲ ਲਾਈਜ਼ਨਿੰਗ ਇੱਕ ਬਿਠਾ ਨਹੀਂ ਪਾ ਰਹੀ ਸਹੀ ਤਰ੍ਹਾਂ। ਤੁਹਾਨੂੰ ਲੱਗਦਾ ਕਿ ਇਹ ਵੀ ਕਿਤੇ ਘਾਟ ਰਹਿ ਰਹੀ ਹੈ? ਕਿਉਂ ਉਹ ਬੈਠ ਨਹੀਂ ਪਾ ਰਿਹਾ ਸੰਤੁਲਨ ਜਿਹਾ? ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਕਰੋਨਾ ਲੜਾਈ ਵਾਸਤੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੋ ਹਸਪਤਾਲ ਉਹ ਕਹਿਣਗੇ ਉਹੀ ਉੱਥੇ ਹੀ ਕਰੋਨਾ ਦੇ ਕੇਸ ਜਾਣਗੇ, ਹੋਰ ਕਿਤੇ ਨਹੀਂ, ਜਿਹਦੇ ਵਿੱਚ ਉਹਨਾਂ ਨੇ SGPC ਹਸਪਤਾਲ ਨੂੰ ਨਹੀਂ ਪਾਇਆ। ਮੈਂ ਜਦੋਂ ਮੁੱਖ ਮੰਤਰੀ ਨਾਲ ਆਲ ਪਾਰਟੀ ਮੀਟਿੰਗ ਸੀ ਮੈਂ ਉੱਥੇ ਕਿਹਾ ਸੀ SGPC ਕੋਲੇ ਬਹੁਤ ਵਧੀਆ ਗੁਰੂ ਰਾਮਦਾਸ ਹਸਪੀਟਲ ਹੈ, ਉੱਥੇ ਤੁਸੀਂ ਉਹਨੂੰ ਵੀ ਇਨਕਲੂਡ ਕਰ ਲਓ। ਹੁਣ ਜਿਹੜੇ ਸਾਡੇ SGPC ਹਸਪੀਟਲ ਆ ਉਹਨਾਂ ਨੂੰ ਇਨਕਲੂਡ ਨਹੀਂ, ਕੋਈ ਪੇਸ਼ੈਂਟ ਉੱਥੇ ਜਾਂਦਾ ਹੈ ਉਹ ਟ੍ਰੀਟਮੈਂਟ ਨਹੀਂ ਹੋ ਸਕਦੀ ਕਿਉਂਕਿ ਇਹ ਸਰਕਾਰ ਦੇ ਪੰਜਾਬ ਸਰਕਾਰ ਦੇ ਆਰਡਰ ਹੈ। ਠੀਕ ਹੈ। ਇੱਕ ਦੂਸਰੀ ਚੀਜ਼ ਇਹ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ ਹੈਗੇ ਨੇ ਜਿਹੜੇ ਆਪਾਂ ਗਰਾਊਂਡ ਲੈਵਲ ਤੇ ਵੀ ਦੇਖ ਰਹੇ ਹਾਂ, ਹਰ ਹਲਕਿਆਂ ਚੋਂ ਹਰ ਜਗ੍ਹਾ ਤੋਂ ਵੱਖਰੀ ਵੱਖਰੀ ਖਬਰਾਂ ਆ ਰਹੀਆਂ,
ਹੈਲਥ ਕੇਅਰ ਸਰਵਿਸਿਜ਼ ਦੇ ਵਿੱਚ ਕਿਸ ਤਰ੍ਹਾਂ ਦਾ ਕੰਟਰੀਬਿਊਸ਼ਨ ਦੇ ਰਹੇ ਨੇ? ਕਿਉਂਕਿ ਅਸੀਂ ਦੇਖ ਰਹੇ ਕਈ ਜਗ੍ਹਾ ਤੇ ਕੁਝ ਕੁ ਲੋਕ ਮਾਸਕ ਵੰਡ ਰਹੇ ਆ, ਕੁਝ ਲੋਕ ਉਹ ਕਰ ਰਹੇ ਨੇ। ਇੱਕ ਮੁਕੰਮਲ ਕੋਈ ਪਲੈਨਿੰਗ ਹੈਗੀ ਆ ਪਾਰਟੀ ਦੀ ਕਿ ਅਸੀਂ ਇਸ ਤਰ੍ਹਾਂ ਦੇ ਨਾਲ ਕਰਨਾ ਹੈਗਾ, ਜਾਂ ਸਰਕਾਰ ਦੇ ਨਾਲ ਰਲ ਕੇ ਕਰਨਾ, ਜਾਂ ਇੰਡੀਪੈਂਡੈਂਟਲੀ ਕਰਨਾ? ਮੈਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰਸ਼ਿਪ ਹਲਕਾ ਇੰਚਾਰਜਾਂ ਨੂੰ ਬੇਨਤੀ ਕੀਤੀ ਸੀ, ਕਿਉਂਕਿ ਅੱਜ ਸੋਸ਼ਲ ਡਿਸਟੈਂਸਿੰਗ ਦੀ ਕੰਡੀਸ਼ਨ ਹੈ ਤੇ ਕਰਫਿਊ ਲੱਗਿਆ ਹੈ, ਕਿ ਤੁਹਾਡੇ ਹਲਕੇ ਵਿੱਚ ਜੋ ਕੁਝ ਤੁਸੀਂ ਮਦਦ ਕਰ ਸਕਦੇ ਹੋ, ਕਿਉਂਕਿ ਬਾਹਰ ਜਾ ਕੇ ਤਾਂ ਮਦਦ ਕਰਨੀ ਬੜੀ ਮੁਸ਼ਕਿਲ ਹੈ, ਜੋ ਥੋੜਾ ਮੋਟੇ ਸਾਧਨ ਹੈ। ਮੈਂ ਕਿਹਾ ਤੁਹਾਡੇ ਇਲਾਕੇ ਵਿੱਚ, ਤੁਹਾਡੇ ਪਿੰਡਾਂ ਵਿੱਚ, ਤੁਹਾਡੇ ਵਾਰਡਾਂ ਵਿੱਚ ਕੋਈ ਗਰੀਬ ਭੁੱਖਾ ਨਾ ਰਹੇ। ਇੱਕ ਕੰਡੀਸ਼ਨ ਆਈ ਸੀ, ਮੈਂ ਕਿਹਾ ਜਿਹਨੂੰ ਕੋਈ ਘਰੇ ਬਹਿ ਕੇ ਤੁਸੀਂ ਕੋਈ ਮਾਸਕ ਬਣਾ ਸਕਦੇ ਹੋ ਜਾਂ ਕੋਈ ਚੀਜ਼ ਬਣਾ ਸਕਦੇ ਹੋ, ਉਹ ਤੁਸੀਂ ਘਰੇ ਬਹਿ ਕੇ ਬਣਾ ਲਓ। ਤੇ ਮੈਨੂੰ ਬੜੀ ਖੁਸ਼ੀ ਹੈ, ਪੂਰੇ ਸ਼੍ਰੋਮਣੀ ਅਕਾਲੀ ਦਲ ਵਰਕਰ ਪੂਰੇ ਪੰਜਾਬ ਚ ਦੇਖੋਗੇ ਲੰਗਰ ਵੀ ਵਰਤਾਈ ਜਾਂਦੇ ਆ, ਤੁਸੀਂ ਮਾਸਕ ਵੀ ਬਣਾਈ ਜਾਂਦੇ ਆ, ਜੋ ਕਰ ਸਕਦੇ ਉਹ ਕਰ ਰਹੇ ਆ। ਤੁਸੀਂ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਕੋਈ ਵੀ ਭੁੱਖਾ ਨਾ ਰਵੇ, ਇਸ ਚੀਜ਼ ਦਾ ਵੀ ਪਾਰਟੀ ਵਰਕਰ ਧਿਆਨ ਰੱਖਣ। ਨੂੰ ਇੱਕ ਸਵਾਲ ਯਾਦ ਆਇਆ, ਇੱਕ SGPC ਦੇ ਜਿਹੜੇ ਲੰਗਰ ਹੈਗੇ ਸੀਗੇ ਉਹ ਵੀ ਹੁਣ ਘਟ ਗਏ ਅੱਗੇ ਨਾਲੋਂ, ਕਿਉਂਕਿ ਇੱਕ ਬੰਦਾ ਪੋਜ਼ਿਟਿਵ ਆਇਆ ਸੀਗਾ। ਪਰ SGPC ਦੇ ਤੁਹਾਨੂੰ ਲੱਗਦਾ ਬਲ ਸਾਹਿਬ ਲੰਗਰ ਘਟਣ ਦੇ ਨਾਲ, ਕਿਉਂਕਿ ਅਸੀਂ ਇਹ ਵੀ ਦੇਖਿਆ ਕਿ ਝੁੱਗੀਆਂ ਝੋਪੜੀਆਂ 'ਚ ਰਹਿਣ ਵਾਲੇ ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਨੇ, ਉਹਨਾਂ ਨੂੰ ਬੜੀ ਉਸ ਚੀਜ਼ ਦਾ ਆਸਰਾ ਹੈਗਾ ਸੀਗਾ ਕਿ ਉਹਨਾਂ ਨੂੰ ਲੰਗਰ ਮਿਲ ਰਿਹਾ ਸੀ, ਰੋਟੀ ਮਿਲ ਰਹੀ ਸੀ। ਤੁਹਾਨੂੰ ਲੱਗਦਾ ਕਿ ਇਹ ਹੱਥ ਪਿੱਛੇ ਖਿੱਚਣਾ ਕਾਫੀ ਲੋਕਾਂ ਨੂੰ ਇਸ ਮੌਕੇ ਤੇ ਨੁਕਸਾਨ ਕਰ ਸਕਦਾ? SGPC ਨੇ ਨਹੀਂ ਹੱਥ ਖਿੱਚਿਆ, ਹੱਥ ਪੰਜਾਬ ਸਰਕਾਰ ਨੇ ਰੋਕਤਾ। ਪੰਜਾਬ ਸਰਕਾਰ ਨੇ ਆਦੇਸ਼ ਦੇ ਦਿੱਤੇ ਕਿ ਤੁਸੀਂ ਲੰਗਰ ਨਹੀਂ ਵੜ ਸਕਦੇ, ਸੋ ਉਹ ਰੋਕ ਪੰਜਾਬ ਸਰਕਾਰ ਤਰਫੋਂ, SGPC ਤਰਫੋਂ ਨਹੀਂ। ਇੱਕ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੇ ਕੇਸਿਸ ਵੱਧ ਰਹੇ ਆ ਬਲ ਸਾਹਿਬ ਲਗਾਤਾਰ, ਉਹਨਾਂ ਦਾ ਤੁਸੀਂ ਕਿਸ ਢੰਗ ਦੇ ਨਾਲ ਐਨਾਲਿਸਿਸ ਕਰ ਰਹੀ ਹੈ ਪਾਰਟੀ? ਕਿਉਂਕਿ PPE ਕਿਟਸ ਦਾ ਜਿਸ ਤਰ੍ਹਾਂ ਨਾਲ ਮੈਂ ਪਹਿਲਾਂ ਜ਼ਿਕਰ ਕੀਤਾ, ਉਹਤੇ ਵੀ ਇਤਰਾਜ਼ ਸੀਗਾ, ਵੈਂਟੀਲੇਟਰਸ ਤੇ ਇਤਰਾਜ਼ ਕੀਤਾ, ਤੁਸੀਂ ਲਗਾਤਾਰ ਕਹਿੰਦੇ ਰਹੇ ਕਿ ਹਸਪੀਟਲ ਨੂੰ ਨਾਲ ਲਵੋ, ਪਰ ਜਿਹੜਾ ਡੈਥ ਰੇਟ ਹੈਗਾ ਉਹ ਅਜੇ ਵੀ ਵੱਧ ਹੀ ਹੈਗਾ, 7-8% ਦੇ ਕਰੀਬ ਹੈਗਾ। ਪਰ ਤੁਸੀਂ ਆਪਦੇ ਲੈਵਲ ਤੇ ਕਿਸ ਤਰ੍ਹਾਂ ਦੇ ਨਾਲ ਐਨਾਲਿਸਿਸ ਕਰ ਰਹੇ ਹੋ ਚੀਜ਼ਾਂ ਦਾ? ਕੀ ਕਾਰਨ ਹੈਗੇ ਆ? ਲੋਕਡਾਊਨ ਸਹੀ ਪਾਲਿਸੀ ਹੈਗੀ ਆ, ਕਰਫਿਊ ਸਹੀ ਪਾਲਿਸੀ ਹੈਗੀ ਹੈ ਜਾਂ ਨਹੀਂ ਹੈਗੀ? ਕਿਉਂਕਿ ਇਹਨੂੰ ਲੈ ਕੇ ਵੀ ਵੱਖਰੇ ਵੱਖਰੇ ਤਰ੍ਹਾਂ ਦੀ ਲੀਡਰਸ ਦੀ ਰਾਏ ਹੈਗੀ। ਲੋਕਡਾਊਨ ਬੜੀ ਵਧੀਆ ਪਾਲਿਸੀ ਹੈ, ਪਰ ਸਭ ਤੋਂ ਜ਼ਰੂਰੀ ਹੈ ਟੈਸਟਿੰਗ ਕਰਾਉਣੀ। ਜੇ ਤੁਸੀਂ ਟੈਸਟ ਹੀ ਨਹੀਂ ਕਰੋਗੇ ਤੇ ਤੁਹਾਨੂੰ ਪਤਾ ਹੀ ਲੱਗਣਾ। ਆ ਜਿਹੜੀ ਜਾਨਾਂ ਤਾਂ ਬਚ ਸਕਦੀਆਂ ਜੇ ਪਹਿਲੇ ਹੀ ਸਾਨੂੰ ਪਤਾ ਲੱਗ ਜਾਏ ਕਿ ਇਹਨੂੰ ਕਰੋਨਾ ਹੈ ਤੇ ਦਵਾਈ ਮਿਲਣ ਲੱਗ ਜੇ। ਹੁਣ ਹੋ ਕੀ ਰਿਹਾ, ਜਿਹੜਾ ਕਰੋਨਾ ਹੈ ਉਹਨੂੰ ਪਤਾ ਹੀ ਲੱਗਦਾ ਕਿ ਮੈਨੂੰ ਕਰੋਨਾ ਹੈ, ਉਦੋਂ ਪਤਾ ਲੱਗਦਾ ਜਦੋਂ ਬਹੁਤ ਸਖਤ ਬਿਮਾਰ ਹੋ ਜਾਂਦਾ ਹੈ। ਦੂਜੇ ਦੇਸ਼ਾਂ 'ਚ ਦੇਖਿਆ ਹੋਣਾ ਕਿ ਇੰਨੇ ਲੋਕਾਂ ਟੈਸਟ ਕੀਤੇ, ਇੰਨੇ ਲੋਕਾਂ ਨੂੰ ਹੋ ਗਿਆ। ਵੱਡਾ ਕਾਰਨ ਹੈ ਕਿ ਉਹ ਟੈਸਟ ਕਰੀ ਜਾਂਦੇ ਆ। ਆਪਾਂ ਟੈਸਟ ਕਰਦੇ ਨਹੀਂ, ਅੱਖਾਂ ਮੀਚੀ ਬੈਠੇ ਆ ਤੇ ਦੇਖਦੇ ਆ ਕਿ ਜੋ ਕੋਈ ਮਰਨ ਵਾਲਾ ਹੋ ਗਿਆ, ਹਸਪਤਾਲ 'ਚ ਆ ਗਿਆ, ਉਹਨੂੰ ਤਾਂ ਕਹਿ ਦਿੰਦੇ ਪੋਜ਼ਿਟਿਵ ਹੈ, ਬਾਕੀ ਸਾਰੇ ਜਿਨ੍ਹਾਂ ਨੂੰ ਕਰੋਨਾ ਹੈ ਉਹਨਾਂ ਨੂੰ ਆਪਾਂ ਖਾਤੇ 'ਚ ਪਾਉਂਦੇ ਨਹੀਂ। ਸੋ ਮੈਂ CM ਸਾਹਿਬ ਨੂੰ ਉਦੋਂ ਮੇਵਲ ਪਾਰਟੀ ਮੀਟਿੰਗ ਕਿਹਾ ਸੀ ਕਿ ਟੈਸਟਿੰਗ ਇਮੀਡੀਏਟਲੀ ਕਰਨਾ ਸ਼ੁਰੂ ਕਰੋ, ਅੱਖਾਂ ਨਾ ਮੀਚੋ, ਐ ਨਾ ਸੋਚੋ ਕਿ ਸਾਡੇ ਇੰਨੇ ਟੈਸਟ ਪੋਜ਼ਿਟਿਵ ਹੈ। ਜਿਹੜੇ ਹੈਗੇ ਤਾਂ ਹੈਗੇ, ਆਪਾਂ ਰੋਕ ਨਹੀਂ ਸਕਦੇ, ਘੱਟ ਤੋਂ ਘੱਟ ਦੂਜਿਆਂ ਨੂੰ ਰੋਕਣ ਤੋਂ ਤਾਂ ਦੂਜਿਆਂ ਨੂੰ ਹੋਰ ਕਰੋਨਾ ਵਧਣ ਤੋਂ ਤਾਂ ਰੋਕੀਏ ਨਾ। ਪਰ ਤੁਹਾਨੂੰ ਕੀ ਲੱਗਦਾ ਹੈਗਾ ਟੈਸਟ ਰੋਕਣ ਦਾ ਕੀ ਕਾਰਨ ਹੈਗਾ? ਜੇ ਤੁਹਾਨੂੰ ਲੱਗਦਾ ਕਿ ਪ੍ਰੋਪਰ ਟੈਸਟਿੰਗ ਹੋਏਗੀ ਤੇ ਕੇਸਿਸ ਦੀ ਗਿਣਤੀ ਵੱਧ ਜਾਣੀ ਆ, ਕਿਉਂਕਿ ਸਰਕਾਰ ਦਾ ਇਹ ਦਾਅਵਾ ਹੈਗਾ ਕਿ ਅਸੀਂ ਰੈਪਿਡ ਟੈਸਟ ਕਰਾ ਰਹੇ ਹਾਂ ਔਰ ਸਕਰੀਨਿੰਗ ਵੀ ਸ਼ੁਰੂ ਕਰਾ ਦਿੱਤੀ ਹੈ। ਕੱਲ ਪਟਿਆਲੇ ਦੇ ਵਿੱਚ ਅਸੀਂ ਸਕਰੀਨਿੰਗ ਸ਼ੁਰੂ ਕੀਤੀ ਹੈ, ਹੋਰ ਅੰਮ੍ਰਿਤਸਰ ਦੇ ਵਿੱਚ ਹੋਈ ਹੈ। ਤੁਸੀਂ ਜੇ ਕਿਸੇ ਮੁਹੱਲੇ 'ਚ ਤੁਸੀਂ ਕੀ ਹੁੰਦਾ ਕੀ ਹੈ, ਜੇ ਕਿਸੇ ਘਰ 'ਚ ਕੋਈ ਕਰੋਨਾ ਦਾ ਹੋ ਜੇ, ਆ 5-4 ਘਰ ਖੱਬੇ ਸੱਜੇ ਵਾਲਿਆਂ ਨੂੰ ਸਕਰੀਨ ਕਰ ਲੈਂਦੇ ਆ। ਕੱਲੇ 5-4 ਘਰਾਂ ਨੂੰ ਨਹੀਂ, ਕੱਲਾ ਤੁਹਾਨੂੰ ਸਾਰੇ ਮੁਹੱਲੇ ਨੂੰ ਕਰਨ ਦੀ ਲੋੜ ਪੈਣੀ ਹੈ। ਤੁਸੀਂ ਖਾਤਾ ਪੂਰੀ ਬੇਸਿਕਲੀ ਕੀ ਹੋ ਰਿਹਾ, ਖਾਤਾ ਪੂਰਾ ਹੋ ਰਿਹਾ ਕਿ ਆਪਾਂ ਕਿੰਨੇ ਆਪਾਂ ਨਾਲ ਦੇ 5 ਘਰ ਇੱਧਰ ਕਰ ਲਏ, 5 ਘਰ ਉੱਧਰ ਕਰ ਲਏ, ਐ ਥੋੜੀ ਸਕਰੀਨਿੰਗ ਹੁੰਦੀ ਹੈ। ਮਾਸ ਸਕਰੀਨਿੰਗ ਦੀ ਲੋੜ ਹੈ। ਹੁਣ ਹੋਣਾ ਕੀ ਹੈ, ਜਦੋਂ ਟੈਸਟਿੰਗ ਸ਼ੁਰੂ ਹੋ ਗਈ ਆਪਣੇ ਆਪ ਦੇਖੋਗੇ ਕਿਵੇਂ ਕੇਸ ਵਧੇ। ਹੁਣ ਅਮਰੀਕਾ 'ਚ ਇੱਕਦਮ 6 ਲੱਖ ਕਿਵੇਂ ਵਧ ਗਿਆ, ਕਿਉਂਕਿ ਉਹਨਾਂ ਨੇ ਸਕਰੀਨਿੰਗ ਸਾਰੀ ਕਰਤੀ, ਲਗਾਤਾਰ ਟੈਸਟਿੰਗ ਸ਼ੁਰੂ ਕਰਤੀ, ਤੇ ਜਿਹੜੇ ਬਿਮਾਰ ਆ ਉਹਨਾਂ ਨੂੰ ਨਾਲ ਦੇ ਨਾਲ ਹਸਪਤਾਲਾਂ 'ਚ ਲੈ ਕੇ ਇਲਾਜ ਕਰੀ ਜਾਂਦੇ ਆ। ਆਪਾਂ ਜਦੋਂ ਮਰਨ ਵਾਲਾ ਹੁੰਦਾ ਉਦੋਂ ਲੈ ਕੇ ਆਉਣਾ, ਤਾਂ ਹੀ ਉਹ ਡੈਥ ਰੇਟ ਜ਼ਿਆਦਾ ਆਪਣਾ। ਇੱਕ ਛੋਟੇ ਉਦਯੋਗ ਹੈਗੇ ਨੇ, ਹੁਣ ਹੈਗਾ ਵੀ 20 ਅਪ੍ਰੈਲ ਤੋਂ ਬਾਅਦ ਕੁਝ ਛੋਟੇ ਉਦਯੋਗਾਂ ਨੂੰ, ਜਿਹੜੇ MSMEs ਹੈਗੇ ਨੇ, ਉਹਨਾਂ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਪ੍ਰੀਕਾਸ਼ਨਸ ਦੇ ਨਾਲ ਖੋਲਣ ਦੀ। ਬਲ ਸਾਹਿਬ, ਉਹਨਾਂ ਦੀ ਸਥਿਤੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਕਿਉਂਕਿ ਤੁਸੀਂ ਇੰਡਸਟਰੀਅਲ ਸਮਿਟ ਕਰਾਏ ਆ, ਛੋਟੇ ਉਦਯੋਗਾਂ ਦੀ ਗੱਲਬਾਤ ਤੇ ਚੱਲਦੀ ਰਹੀ, ਉਸ ਸਮੇਂ ਤੋਂ ਅਸੀਂ ਦੇਖਦੇ ਰਹੇ ਛੋਟੇ ਉਦਯੋਗਾਂ ਦੀ ਅਜੇ ਤੱਕ ਵੀ ਸਥਿਤੀ ਖਰਾਬ ਹੈਗੀ ਹੈ। ਹੁਣ ਜਦੋਂ ਲੋਕਡਾਊਨ ਦੇ ਵਿੱਚ ਬੈਠੇ ਨੇ, ਲੋਨਸ ਤੇ ਡਿਪੈਂਡੈਂਟ ਹੁੰਦੇ ਆ ਸਾਰੇ ਛੋਟੇ ਉਦਯੋਗ, ਤਾਂ ਲੱਗਦਾ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਸਪੈਸ਼ਲ ਰਾਹਤ ਮਿਲਣੀ ਚਾਹੀਦੀ ਹੈਗੀ ਹੈ, ਨਹੀਂ ਤੇ ਇਹਨਾਂ ਦਾ ਟਿਕੇ ਰਹਿਣਾ, ਸਾਹ ਲੈਂਦੇ ਰਹਿਣਾ ਬਹੁਤ ਮੁਸ਼ਕਿਲ ਹੋ ਜਾਣਾ। ਮੈਂ ਤਾਂ ਚਾਹੁੰਦਾ ਕਿ ਇਹਨਾਂ ਦੀ ਘੱਟ ਤੋਂ ਘੱਟ 1 ਸਾਲ ਇਹਨਾਂ ਦੀ ਜਿਹੜੀ ਲੋਨ ਪੇਮੈਂਟ ਡੈਫਰ ਕਰਨੀ ਚਾਹੀਦੀ ਹੈ। ਜੀ, ਵਰਕਿੰਗ ਕੈਪੀਟਲ ਲਿਮਿਟਸ ਨੂੰ ਵੀ ਇਨਕਰੀਜ਼ ਕਰਨਾ ਚਾਹੀਦਾ ਹੈ।
ਤਾਂ ਹੀ ਬਚਣਗੇ। ਜੇ ਆਪਾਂ ਕਿ ਸੋਚਿਆ ਕਿ 1-2 ਮਹੀਨੇ ਲੋਨ ਡੈਫਰ ਕਰਦੇ ਆ ਤਾਂ ਆ ਜਿਹੜਾ ਗੱਡੀ ਸਟਾਰਟ ਕਰਨੀ ਬੜੀ ਔਖੀ ਹੈ। ਆ 3 ਮਹੀਨੇ ਗੱਡੀ ਬੰਦ ਹੋਈ, ਇਹਨੂੰ ਸਟਾਰਟ ਕਰਨ ਵਾਸਤੇ 6 ਮਹੀਨੇ ਲੱਗਣਗੇ। ਬਿਲਕੁਲ ਬਿਲਕੁਲ। ਤੁਸੀਂ ਹੁਣ ਸੈਂਟਰ ਦੀ ਪੋਲਿਟਿਕਸ ਦੇ ਵਿੱਚ ਹੈਗੇ ਹੋ, ਸੁਖਬੀਰ ਬਾਦਲ ਇਸ ਤਰ੍ਹਾਂ ਦਾ ਕੋਈ ਇਨੀਸ਼ੀਏਟਿਵ ਲੈਣਗੇ? ਅਸੀਂ ਕਿਉਂਕਿ ਤੁਹਾਡਾ ਫੇਸਬੁੱਕ ਦਾ ਵੀਡੀਓ ਤੇ ਦੇਖਿਆ ਸੀਗਾ, ਪਰ ਲੋਕ ਇਹ ਵੀ ਸੋਚਦੇ ਨੇ ਕਿ ਹੋਰ ਮਤਲਬ ਸੈਂਟਰ ਨਾਲ ਗੱਲਬਾਤ ਕਿਸੇ ਢੰਗ ਦੇ ਨਾਲ ਕਰ ਪਾਉਣ। ਮੈਂ ਲਗਾਤਾਰ ਆਈ ਸੈਂਟਰ 'ਚ ਵੀ ਆਈ ਬੇਨਤੀ ਕੀਤੀ ਸੀ ਕਿ ਆਪਾਂ ਨੂੰ ਵੱਡੇ ਖੁੱਲ੍ਹ ਦਿਲ ਨਾਲ ਫੈਸਲੇ ਕਰਨੇ ਪੈਣੇ ਆ ਜੇ ਆਪਾਂ ਆਪਣੇ ਦੇਸ਼ ਨੂੰ ਬਚਾਉਣਾ ਹੈ। ਹੁਣ ਕੋਈ ਫਿਜ਼ੀਕਲ ਡੈਫਿਸਿਟ, ਰੈਵਨਿਊ ਡੈਫਿਸਿਟ ਨੂੰ ਦੇਖਣ ਦੀ ਲੋੜ ਨਹੀਂ ਹੈ। ਹੁਣ ਤਾਂ ਤੁਸੀਂ ਦੇਖੋ ਘੱਟ ਤੋਂ ਘੱਟ 10% ਆਫ GDP ਦੂਜੇ ਮੁਲਕ ਪੈਕੇਜ ਦੇ ਰਿਹਾ ਹੈ, ਆਪਣਾ ਹਲੇ ਮਸਾਂ 1% ਵੀ ਨਹੀਂ ਹੈ। ਸੋ ਮੈਨੂੰ ਲੱਗਦਾ ਕਿ ਪ੍ਰਾਈਮ ਮਿਨਿਸਟਰ ਕੋਈ ਪਲੈਨਿੰਗ ਚੱਲ ਰਹੀ ਹੈ ਉੱਤੇ, ਜਲਦੀ ਕੁਝ ਨਾ ਕੁਝ ਪਲਾਨ ਕਰਨਗੇ। ਬਾਲ ਸਾਹਿਬ, ਥੋੜੀ ਸਮਾਂ ਪਹਿਲਾਂ ਇੱਕ ਕੇਂਦਰ ਵੱਲੋਂ ਨਿਰਦੇਸ਼ ਆਏ ਨੇ ਸੂਬਿਆਂ ਨੂੰ 20 ਅਪ੍ਰੈਲ ਤੋਂ ਕੁਝ ਪਾਕਟਸ ਦੇ ਵਿੱਚ ਜਿੱਥੇ ਕਰੋਨਾ ਘੱਟ ਹੈਗਾ ਉੱਥੇ ਕੁਝ ਰਾਹਤ ਦਿੱਤੀ ਜਾ ਰਹੀ ਹੈ, ਪਰ ਇਹਦੇ ਵਿੱਚ ਪੰਜਾਬ ਦੇ ਵਿੱਚ ਇੱਕ ਕ੍ਰਾਈਸਿਸ ਸੀਗਾ ਕਿ ਜਿਹੜੀ ਪ੍ਰਵਾਸੀ ਮਜ਼ਦੂਰ ਸੀਗੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਵੀ ਬਾਹਰ ਜਾ ਚੁੱਕੇ ਨੇ। ਹੁਣ ਇਹ ਰੋਕ ਹੈਗੀ ਹੈ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਉਹ ਦੂਸਰੀ ਸਟੇਟ ਦੇ ਵਿੱਚ ਨਹੀਂ ਜਾਣਗੇ। ਕਿਸਾਨਾਂ ਦਾ ਮਸਲਾ ਇੱਕ ਹੈਗਾ ਔਰ ਉਦਯੋਗਾਂ ਦਾ ਮਸਲਾ ਵੀ ਦੂਸਰਾ ਹੈਗਾ, ਜਿਹੜੇ ਬਿਨਾਂ ਲੇਬਰ ਤੋਂ ਚੱਲ ਨਹੀਂ ਸਕਦੇ। ਤੁਹਾਨੂੰ ਲੱਗਦਾ ਕਿ ਇਹ ਚੀਜ਼ ਸਮੱਸਿਆ ਖੜੀ ਕਰੂਗੀ ਪੰਜਾਬ ਦੇ ਲਈ? ਬਹੁਤ ਵੱਡੀ ਸਮੱਸਿਆ ਹੈ। ਇੱਕ ਲਾਕਡਾਊਨ ਤਾਂ ਆਪਾਂ ਪੂਰਾ ਹੋ ਗਿਆ, ਆਪਣੀ ਇੰਡਸਟਰੀ, ਆਪਣੇ ਫਾਰਮ ਲੇਬਰ ਤੇ ਡਿਪੈਂਡੈਂਟ ਹਨ। ਝੋਨੇ ਦੀ ਫਸਲ ਆ ਗਈ ਹੈ, ਜੇ ਪ੍ਰਵਾਸੀ ਨਾ ਆਏ ਤੇ ਝੋਨਾ ਹੀ ਲੱਗਣਾ। ਤੋ ਇਸ ਕਰਕੇ ਆਪਾਂ ਨੂੰ ਕਿਸੇ ਹਾਲ 'ਚ ਮਜ਼ਦੂਰਾਂ ਨੂੰ ਇੱਥੇ ਰੱਖੀਏ, ਉਹਨਾਂ ਨੂੰ ਖੁਸ਼ ਕਰਕੇ ਰੱਖੀਏ, ਉਹਨਾਂ ਨੂੰ ਜੋ ਕੰਪਨਸੇਸ਼ਨ ਦੇਣੀ ਹੈ ਵਪਾਰੀ ਆਪਣੇ ਆਪ ਦੇਣ, ਕਿਸਾਨ ਆਪਣੇ ਆਪ ਦੇਣ, ਸਰਕਾਰ ਆਪਣਾ ਨੂੰ ਕੋਈ ਨਾ ਕੋਈ ਇਨਸੈਂਟਿਵ ਦੇ, ਇਹਨੂੰ ਬਚਾ ਕੇ ਰੱਖੀਏ। ਨਹੀਂ ਕਿਉਂਕਿ ਜੇ ਉਹ ਚਲੇ ਗਏ 6 ਮਹੀਨੇ ਉੱਤਲ-ਫੁਤਲ ਹੋ ਗਿਆ ਤੇ ਕੰਮ ਬਿਲਕੁਲ ਵਿਗੜ ਜਾਣਾ। ਕਿਉਂਕਿ ਬਹੁਤ ਸਾਰੇ ਲੋਕ ਬਾਦਲ ਸਾਹਿਬ ਜਾ ਵੀ ਚੁੱਕੇ ਨੇ, ਤੁਹਾਨੂੰ ਲੱਗਦਾ ਕਿ ਉਹਨਾਂ ਦਾ ਰਸਤਾ ਖੁੱਲਣਾ ਚਾਹੀਦਾ, ਰਿਲੈਕਸੇਸ਼ਨ ਮਿਲਣੀ ਚਾਹੀਦੀ ਇਸ ਚੀਜ਼ 'ਚ? ਹੋਣਾ ਚਾਹੀਦਾ, ਕਿਉਂਕਿ ਦੱਸਾਂ ਇਕਨੋਮੀ ਤੁਸੀਂ ਦੇਖਿਆ ਹੋਣਾ ਹੈ, ਜਿਹੜੀ ਇੰਡੀਅਨ ਇਕਨੋਮੀ ਲੇਬਰ ਤੇ ਡਿਪੈਂਡੈਂਟ ਹੈ। ਲੇਬਰ ਦੀਆਂ 4-5 ਸਟੇਟਾਂ ਹੈ ਜਿੱਥੋਂ ਲੇਬਰ ਆਉਂਦੀ ਹੈ, ਉਹ ਸਾਰੇ ਦੇਸ਼ ਦੀ ਗੱਡੀ ਚਲਾਉਂਦੀ ਹੈ। ਉਹ ਸਾਰੇ ਭੱਜ ਕੇ ਵਾਪਸ ਤੇ ਉਹਨਾਂ ਨੂੰ ਇੰਨੀ ਛੇਤੀ ਆਉਣਾ ਵੀ ਨਹੀਂ ਵਾਪਸ। ਇੱਕ ਦੂਸਰਾ ਹੋਰ ਹੈਗਾ, ਪੰਜਾਬ ਦੀਆਂ ਜਿਹੜੀਆਂ ਬਾਦਲ ਸਾਹਿਬ ਕੰਬਾਈਨਾਂ ਨੇ, ਕੰਬਾਈਨਾਂ ਕਿਉਂਕਿ ਉਹ ਵੀ ਇਸੇ ਤਰ੍ਹਾਂ ਦੇ ਨਾਲ ਫਸੀਆਂ ਹੋਈਆਂ ਨੇ। 2000 ਤੋਂ ਵੱਧ ਕੰਬਾਈਨਾਂ ਅਲੱਗ-ਅਲੱਗ ਸਟੇਟ ਦੇ ਵਿੱਚ ਫਸੀਆਂ, ਉਹ ਵੀ ਕੇਂਦਰ ਦੇ ਵੱਲ ਹੀ ਦੇਖ ਰਹੇ ਨੇ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਰਿਲੈਕਸੇਸ਼ਨ ਮਿਲੇ। ਪਰ ਇਹ ਇਸ ਮੁੱਦੇ ਦੇ ਉੱਤੇ ਜ਼ਿਆਦਾ ਗੱਲ ਹੋ ਨਹੀਂ ਪਾਈ ਕਿਉਂਕਿ ਵਾਢੀਆਂ ਹੈਗੀਆਂ ਪੰਜਾਬ ਦੇ ਵਿੱਚ। ਤੁਸੀਂ ਵੀ ਦੇਖ ਰਹੇ ਹੋ ਕਿ ਫਸਲਾਂ ਦੀ ਹੁਣ ਸਥਿਤੀ ਕੀ ਹੈ। ਇਹ ਹੁਣ ਕੰਬਾਈਨਾਂ ਨੂੰ ਅਲਾਉ ਕਰ ਦਿੱਤਾ ਹੈ ਤੇ ਹੁਣ ਕੰਬਾਈਨਾਂ ਆ ਰਹੀਆਂ, ਉਹ ਹੁਣ ਸਾਰੀਆਂ ਚੱਲ ਪਈਆਂ, ਕੋਈ ਗੱਲ ਨਹੀਂ। ਠੀਕ। ਔਰ ਹਜੂਰ ਸਾਹਿਬ ਦੀ ਸੰਗਤ ਨੂੰ ਲੈ ਕੇ ਵੀ ਕੱਲ ਜਥੇਦਾਰ ਸਾਹਿਬ ਨੇ ਵੀ ਲੈਟਰ ਲਿਖਿਆ ਸੀਗਾ, ਉਹਦਾ ਹੁਣ ਕਰੰਟਲੀ ਕੀ ਸਟੇਟਸ ਹੈਗਾ ਬਾਲ ਸਾਹਿਬ? ਅਸੀਂ ਲਗਾਤਾਰ ਸੈਂਟਰ ਸਰਕਾਰ ਨਾਲ, ਮੈਂ ਅੱਜ ਜਿਹੜੇ ਮਹਾਰਾਸ਼ਟਰ ਚੀਫ ਮਿਨਿਸਟਰ ਨਾਲ ਵੀ ਗੱਲ ਕੀਤੀ, ਅਸੀਂ ਪੂਰਾ ਪ੍ਰੈਸ਼ਰ ਕਰ ਰਹੇ ਹਾਂ ਕਿਉਂਕਿ ਪ੍ਰਧਾਨ ਮੰਤਰੀ ਤੇ ਸੈਂਟਰ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਕੋਈ ਮੂਵਮੈਂਟ ਦੇਸ਼ 'ਚ ਨਾ ਹੋਏ। ਤੁਸੀਂ ਦੇਖਿਆ ਹੋਣਾ ਲੇਬਰ ਦੀ ਮੂਵਮੈਂਟ ਵੀ ਰੋਕੀ ਸੀ। ਮੈਨੂੰ ਪੂਰੀ ਉਮੀਦ ਹੈ ਕਿ 20 ਤਰੀਕ ਦੇ ਬਾਅਦ ਆ ਮੂਵਮੈਂਟਾਂ ਖੁੱਲ ਜਾਣਗੀਆਂ। ਇਹ ਕੁਝ ਸਮਾਂ ਪਹਿਲਾਂ ਅਸੀਂ ਗੱਲ ਕੀਤੀ ਜਿਹੜੇ ਸਾਬਕਾ ਕੇਂਦਰੀ ਰਾਜ ਮੰਤਰੀ ਹੈਗੇ ਸੀਗੇ ਵਿਜੇ ਸਾਂਪਲਾ ਹੋਣਾ ਦੇ ਨਾਲ, ਉਹਨਾਂ ਨਾਲ ਗੱਲ ਕੀਤੀ। ਉਹ ਕਹਿ ਰਹੇ ਸੀਗੇ ਕਿ ਜਿਸ ਤਰ੍ਹਾਂ ਤਬਲੀਗੀ ਜਮਾਤ ਦੇ ਉੱਤੇ ਕਾਰਵਾਈ ਹੋਈ, ਇਸੇ ਤਰ੍ਹਾਂ ਦੀ ਕਾਰਵਾਈ ਜਿਹੜੀ ਹੈਗੀ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਮੈਨੇਜਮੈਂਟ ਦੇ ਅਗੇਂਸਟ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੇ ਇੱਥੇ ਵੀ ਕੇਸ ਆਏ ਸੀਗੇ ਯੂਨੀਵਰਸਿਟੀ ਨੇ ਆਰਡਰਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਹਨਾਂ ਚੀਜ਼ਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ। ਤੁਹਾਡਾ ਇਸ ਤੇ ਕੀ ਟੇਕ ਹੈਗਾ? ਜੀ ਮੈਨੂੰ ਜੋ ਲਵਲੀ ਯੂਨੀਵਰਸਿਟੀ ਦਾ ਕੇਸ ਮੈਨੂੰ ਪੂਰਾ ਪਤਾ ਨਹੀਂ ਕਿ ਐਗਜ਼ੈਕਟਲੀ ਕੀ ਪੋਜੀਸ਼ਨ ਹੈ, ਇਸ ਕਰਕੇ ਮੈਂ ਕਮੈਂਟ ਨਹੀਂ ਕਰ ਸਕਦਾ ਇਸ ਬਾਰੇ। ਠੀਕ ਹੈ ਬਾਲ ਸਾਹਿਬ, ਸਟੂਡੈਂਟ ਦੇ ਨਾਲ ਰਿਲੇਟਡ ਇੱਕ ਸਵਾਲ ਹੈਗਾ। ਬਹੁਤ ਸਾਰੇ ਲੋਕ ਸਾਨੂੰ ਆਨਲਾਈਨ ਵੀ ਸਵਾਲ ਕਰਦੇ ਨੇ ਦੈਨਿਕ ਸਵੇਰਾ ਦੇ ਉੱਤੇ ਕਿ ਬਹੁਤ ਸਾਰੇ ਸਟੂਡੈਂਟ ਹੈਗੇ ਜਿਹੜੇ ਵਿਦੇਸ਼ਾਂ 'ਚ ਗਏ ਸੀਗੇ, ਉਹ ਫਸ ਗਏ। ਸਟੂਡੈਂਟਸ ਦੇ ਕੋਲ ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚੋਂ ਕੁਝ ਲੋਕ ਕਰਦੇ ਨੇ, ਕਈ ਸਟੂਡੈਂਟਸ ਕੋਲ ਪੈਸੇ ਵੀ ਨਹੀਂ ਹੈਗੇ ਖਾਣ ਪੀਣ ਦੇ ਲਈ, ਉੱਥੇ ਰਹਿਣ ਦਾ ਵੀ ਕਈਆਂ ਨੂੰ ਦਿੱਕਤ ਹੈਗੀ ਹੈ, ਪਰ ਕਿਉਂਕਿ ਫਲਾਈਟਸ ਬੰਦ ਨੇ ਔਰ ਉਹ ਉੱਥੇ ਆ ਨਹੀਂ ਸਕਦੇ। ਹੁਣ ਜਿਹੜੀਆਂ ਫਲਾਈਟਸ ਕੇਂਦਰ ਵੱਲੋਂ ਕਿਹਾ ਗਿਆ ਕਿ 1 ਜੂਨ ਤੋਂ ਵਿਦੇਸ਼ਾਂ ਨੂੰ ਇੰਟਰਨੈਸ਼ਨਲ ਫਲਾਈਟ ਸ਼ੁਰੂ ਕੀਤੀਆਂ ਜਾ ਰਹੀਆਂ ਨੇ, ਤੁਹਾਨੂੰ ਲੱਗਦਾ ਕਿ ਇਸ ਪਾਸੇ ਇਨੀਸ਼ੀਏਟਿਵ ਲੈਣ ਦੀ ਲੋੜ ਹੈਗੀ ਹੈ ਜਾਂ ਤੁਸੀਂ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਹਿਲ ਕਦਮੀ ਕਰ ਸਕਦੇ ਹੋ? ਸੀ ਇਹਦੇ 'ਚ ਆਪਣੇ ਹੱਥ 'ਚ ਕੁਝ ਨਹੀਂ ਆ, ਤੇ ਗਵਰਨਮੈਂਟ ਆਫ ਇੰਡੀਆ ਤੇ ਉਹਨਾਂ ਦੇਸ਼ਾਂ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਉਹੀ ਹੋਣਾ ਹੈ। ਮੈਨੂੰ ਲੱਗਦਾ ਨਹੀਂ ਕਿ ਇੰਨੀ ਛੇਤੀ ਇੰਟਰਨੈਸ਼ਨਲ ਫਲਾਈਟ ਚਾਲੂ ਹੋਣਗੀਆਂ ਜਦੋਂ ਤੱਕ ਆਹ ਕੇਸ ਸਾਰੇ ਬੰਦ ਹੋਣੇ ਨਹੀਂ ਹੁੰਦੇ। ਸੋ ਆਪਾਂ ਨੂੰ ਦੇਖਣ ਦੀ ਲੋੜ, ਹਲੇ ਆਪਾਂ ਨੂੰ ਵੇਟ ਐਂਡ ਵਾਚ ਕਰਨ ਦੀ ਲੋੜ ਹੈ। ਇੱਕ ਡਰੱਗਸ ਨੂੰ ਲੈ ਕੇ ਬਾਲ ਸਾਹਿਬ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਮੇਸ਼ਾ ਬਹੁਤ ਜ਼ਿਆਦਾ ਚਰਚਾ ਰਹੀ ਹੈਗੀ ਹੈ। ਸਰਕਾਰ ਦਾ ਦਾਅਵਾ ਹੈਗਾ, ਤੁਸੀਂ ਲਗਾਤਾਰ ਘੇਰਦੇ ਰਹੇ ਹੋ ਸਰਕਾਰ ਨੂੰ ਕਿ ਸਰਕਾਰ ਦਾ ਵਾਅਦਾ ਸੀਗਾ ਅਸੀਂ ਡਰੱਗਸ ਖਤਮ ਕਰ ਦਾਂਗੇ 4 ਹਫ਼ਤਿਆਂ ਦੇ ਵਿੱਚ, ਨਹੀਂ ਹੋਈ। ਹੁਣ ਇਹਨਾਂ ਦਿਨਾਂ ਦੇ ਵਿੱਚ ਇਹ ਗੱਲ ਬੜੀ ਨਿਕਲ ਕੇ ਆ ਰਹੀ ਹੈ
ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਡਰੱਗਸ ਦੀ ਜਿਹੜੀ ਸਪਲਾਈ ਚੇਨ ਸੀਗੀ ਇਸ ਕਰਫਿਊ ਦੇ ਦੌਰਾਨ ਉਹ ਵੀ ਬ੍ਰੇਕ ਹੋ ਗਈ ਹੈ। ਮੈਂ ਤੁਹਾਨੂੰ ਕਈ ਐਗਜ਼ਾਮਪਲ ਹੈ ਜਿੱਥੇ ਕਈ ਕਾਂਗਰਸ ਦੇ ਲੀਡਰ ਜੀ ਸਾਡੇ ਫਿਰੋਜ਼ਪੁਰ ਵੀ ਹੈ ਉੱਧਰ ਹੈ ਜਿੱਥੇ ਉਹਨਾਂ ਨੇ ਡਰੱਗ ਵੇਚਣ ਨੂੰ ਪਾਸ ਦਵਾਤੇ ਹੈ ਤੇ ਪਾਸ ਦਵਾ ਕੇ ਤੁਸੀਂ ਹੈਰਾਨ ਨਹੀਂ ਹੋਗੇ ਪੰਜਾਬ ਵਿੱਚ 3 ਲੱਖ ਪਰਿਵਾਰਾਂ ਨੂੰ ਪਾਸ ਮਿਲ ਗਏ ਹੈ 3 ਲੱਖ ਲੋਕਾਂ ਉਹ ਸਾਰੇ ਹੁਣ ਤਾਂ ਹੋਮ ਡਿਲੀਵਰੀ ਕਰਨ ਲੱਗ ਗਏ ਹੈ ਜਿਹਨੂੰ ਪਾਸ ਹੈ ਉਹਨਾਂ ਤੋਂ ਕੋਈ ਰੋਕ ਹੀ ਨਹੀਂ ਉਹ ਸਮਝਦੇ ਪਤਾ ਨਹੀਂ ਕਿ ਕਿਸ ਕਰਕੇ ਵੀਆਈਪੀ ਪਾਸ ਮਿਲਿਆ ਤੇ ਨਾ ਉਹਨਾਂ ਦੀ ਚੈਕਿੰਗ ਹੁੰਦੀ ਹੈ। ਸੋ ਆਹ ਚੀਜ਼ਾਂ ਜਿਹੜੇ ਵੱਡੇ ਡਰੱਗ ਹੈ ਤੁਹਾਨੂੰ ਮੈਂ ਪਹਿਲੇ ਕਿਹਾ ਹੋਣਾ ਕਈ ਕਾਂਗਰਸ ਦੇ ਐਮਐਲਏ ਡਾਇਰੈਕਟਲੀ ਹੁਣ ਮਹੀਨਾ ਲੈਣ ਲੱਗੇ ਇਹਨਾਂ ਤੋਂ ਆਹ ਬਹੁਤ ਮਾੜੀ ਗੱਲ ਹੋਈ ਹੈ ਕਿਉਂਕਿ ਜੇ ਸਿਆਸੀ ਲੋਕ ਪੈਸਾ ਲੈ ਕੇ ਅਲਾਓ ਕਰਨ ਲੱਗ ਜਾਣ ਫਿਰ ਤਾਂ ਕਾਨੂੰਨ ਫਿਰ ਤਾਂ ਬਹੁਤ ਵੱਡੀ ਬਿਮਾਰੀ ਫੈਲ ਜੂਗੀ ਤੇ ਆਹੀ ਕੰਮ ਇਹਨਾਂ ਨੇ ਸ਼ੁਰੂ ਕਰਤਾ ਹੈ। ਬਾਦਲ ਸਾਹਿਬ ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ। ਇਹ ਪਾਸ ਫਿਰ ਤੁਸੀਂ ਤੁਹਾਡਾ ਇਸ਼ਾਰਾ ਕਿੱਧਰ ਨੂੰ ਹੈਗਾ? ਕੌਣ ਦੇ ਰਿਹਾ ਪਾਸ ਇਹਨਾਂ ਨੂੰ? ਇਹ ਪੋਲੀਟੀਕਲੀ ਮਿਲ ਰਹੇ ਨੇ ਜਾਂ ਪ੍ਰਸ਼ਾਸਨ ਵੱਲੋਂ ਮਿਲ ਰਹੇ ਨੇ? ਕਿਉਂਕਿ ਪ੍ਰਸ਼ਾਸਨ ਪੋਲੀਟੀਕਲੀ ਜਿਨ੍ਹਾਂ ਦੀ ਪਾਵਰ ਹੈ ਜਿਨ੍ਹਾਂ ਕੋਲ ਪਾਵਰ ਹੈ ਉਹ ਪ੍ਰਸ਼ਾਸਨ ਨੂੰ ਕਹਿ ਕੇ ਦੁਆਰੇ ਉਹ ਦੁਆਰੇ ਪ੍ਰਸ਼ਾਸਨ ਨੂੰ ਪ੍ਰੈਸ਼ਰਾਈਜ਼ ਕਰਕੇ। ਇੱਕ ਦੂਸਰੀ ਚੀਜ਼ ਬਾਦਲ ਸਾਹਿਬ ਮੇਰੇ ਇੱਕ ਦੋ ਸਵਾਲ ਹੈਗੇ ਨੇ। ਇੱਕ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਲੰਗਰ ਜਾਂ ਰਸਦ ਪਹੁੰਚ ਰਹੀ ਹੈ ਉਹ ਉਸਦੇ ਉੱਤੇ ਇੱਕ ਫੋਟੋ ਕਲਚਰ ਇੱਕ ਵੱਖਰੇ ਕਿਸਮ ਦਾ ਹੋ ਗਿਆ ਕਿਉਂਕਿ ਅਸੀਂ ਇਹ ਸਵਾਲ ਮੁੱਖ ਮੰਤਰੀ ਨੂੰ ਵੀ ਕੀਤਾ ਸੀਗਾ ਇੰਟਰਵਿਊ ਦੇ ਦੌਰਾਨ, ਕਾਂਗਰਸ ਦੇ ਹੋਰ ਸਾਰੇ ਲੀਡਰਾਂ ਨੂੰ ਵੀ ਕੀਤਾ ਸੀ ਕਿ ਤੁਸੀਂ ਅਕਾਲੀ ਦਲ ਨੂੰ ਕ੍ਰਿਟੀਸਾਈਜ਼ ਕਰਦੇ ਸੀਗੇ ਔਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਜਾਂ ਹੋਰ ਨਵਜੋਤ ਸਿੱਧੂ ਦੀ ਫੋਟੋਆਂ ਲੱਗ ਗਈਆਂ, ਸੋਨੀਆ ਗਾਂਧੀ ਦੀ, ਰਾਹੁਲ ਗਾਂਧੀ ਦੀ ਫੋਟੋਆਂ ਲੱਗ ਗਈਆਂ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਿਆ? ਸੀ ਆਹ ਇੱਕ ਔਖੀ ਘੜੀ ਹੈ। ਜੇ ਤੁਸੀਂ ਨਾਰਮਲ ਸਿਚੁਏਸ਼ਨ ਹੋਏ ਤੇ ਤੁਸੀਂ ਆਪਣਾ ਪ੍ਰੋਪੇਗੈਂਡਾ ਕਰਦੇ ਹੋ ਚਲੋ ਠੀਕ ਹੈ। ਹੁਣ ਔਖੀ ਘੜੀ ਚ ਤੁਸੀਂ ਕੋਈ ਜਿਵੇਂ ਔਖੀ ਘੜੀ ਤੁਸੀਂ ਆਪਣੀ ਫੋਟੋ ਲਾ ਕੇ ਹੁਣ ਕੀ ਹੈ ਸੈਨੀਟਾਈਜ਼ਰ ਤੇ ਵੀ ਆਪਣਾ ਕੈਪਟਨ ਦੀ ਫੋਟੋ ਲਾਈ ਬੈਠੇ ਸੀ। ਹੁਣ ਇਹਨਾਂ ਨੇ ਰਾਸ਼ਨ 10 ਦਿਨ ਲੇਟ ਕਿਉਂ ਕੀਤਾ, 15 ਦਿਨ ਲੇਟ ਕਿਉਂ ਕੀਤਾ? ਕਿਉਂਕਿ ਉਹ ਬੋਰੀਆਂ ਬਣਨ ਵਾਸਤੇ ਭੇਜਦੀਆਂ ਜਿੱਥੇ ਰਾਸ਼ਨ ਦੇ ਕੈਪਟਨ ਦੀ ਫੋਟੋ ਹੋਊਗੀ। ਸੋ ਫੋਟੋ ਵਾਲੀਆਂ ਬੋਰੀਆਂ ਪਹਿਲੇ ਬਣ ਕੇ ਆਈਆਂ ਫਿਰ ਭਰੀਆਂ ਤੇ ਫਿਰ ਦਿੱਤੀਆਂ ਤੇ ਲੋਕੀ ਤਾਂ 15 ਦਿਨ ਭੁੱਖੇ ਰਹੇ ਨਾ। ਬਾਦਲ ਸਾਹਿਬ ਇੱਕ ਹੋਰ ਸਵਾਲ ਸੀਗਾ ਮੇਰਾ, ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਕੀਤਾ। ਕਈ ਸਾਰੇ ਜਿਹੜੇ ਡੇਰਿਆਂ ਦਾ ਕਈ ਵਾਰੀ ਵਿਰੋਧ ਹੁੰਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ, ਪਰ ਕਈ ਸਾਰੇ ਉਹ ਡੇਰੇ ਕੁਝ ਡੇਰੇ ਪੋਜ਼ਿਟਿਵ ਰੋਲ ਦੇ ਵਿੱਚ ਵੀ ਸਾਹਮਣੇ ਨਜ਼ਰ ਆਏ। ਡੇਰਾ ਬਿਆਸ ਬੜਾ ਐਕਟਿਵ ਰਿਹਾ ਇਸ ਵਾਰੀ ਇਸ ਤਰ੍ਹਾਂ ਦੀਆਂ ਸੇਵਾ ਦੇ ਵਿੱਚ, ਉਹਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖਿਆ? ਮੈਂ ਬੜੀ ਸ਼ਲਾਘਾ ਕਰਦਾ ਬਿਆਸ ਸੰਸਥਾ ਨੂੰ ਕਿਉਂਕਿ ਉਹਨਾਂ ਨੇ ਮੈਂ ਤੁਹਾਨੂੰ ਸਹੀ ਦੱਸਾਂ ਬਹੁਤ ਮਿਹਨਤ ਕੀਤੀ ਹੈ। ਮੈਨੂੰ ਕਈ ਜਗ੍ਹਾ ਤੇ ਪਤਾ ਜਿਵੇਂ ਕੋਟਕਪੂਰੇ ਮੈਨੂੰ ਪਤਾ ਘੱਟ ਤੋਂ ਘੱਟ 5-6 ਹਜ਼ਾਰ ਦਾ ਲੰਗਰ ਰੋਜ਼ ਬਣਾ ਕੇ ਭੇਜਦੇ ਆ ਤੇ ਬਾਕੀ ਹਰ ਉਹਨਾਂ ਨੇ ਡੇਰੇ ਤੇ ਕੀਤਾ। ਮੈਂ ਕਹਿੰਦਾ ਆਹ ਮੌਕਾ ਸੀ ਸਾਰਿਆਂ ਨੂੰ ਯੋਗਦਾਨ ਪਾਉਣ ਦਾ। ਸੋ ਮੈਨੂੰ ਬੜੀ ਖੁਸ਼ੀ ਹੈ, ਮੈਂ ਵਧਾਈ ਦੇਣਾ ਚਾਹੁੰਦਾ, ਸਲੂਟ ਕਰਨਾ ਚਾਹੁੰਦਾ ਉਹਨਾਂ ਸੰਸਥਾ ਨੂੰ ਜਿਨ੍ਹਾਂ ਨੇ ਇਸ ਔਖੀ ਘੜੀ 'ਚ ਆਪਣਾ ਯੋਗਦਾਨ ਪਾਇਆ। ਆਖਰੀ ਸਵਾਲ ਬਾਦਲ ਸਾਹਿਬ, ਪ੍ਰਾਈਵੇਟ ਹਸਪੀਟਲਸ ਨੂੰ ਲੈ ਕੇ ਬੜਿਆ ਰੌਲਾ ਰਿਹਾ ਲਗਾਤਾਰ। ਸੀਐਮ ਨੇ ਚੇਤਾਵਨੀਆਂ ਦਿੱਤੀਆਂ ਕਿ ਕਰ ਲਓ, ਆਰਡੀਨੈਂਸ ਲਿਆਉਣ ਦਾ ਵੀ ਜ਼ਿਕਰ ਹੋਇਆ, ਪਰ ਕਈ ਥਾਵਾਂ ਤੇ ਅਜੇ ਵੀ ਐਸੀਆਂ ਖਬਰਾਂ ਆਉਂਦੀਆਂ ਨੇ ਕਿ ਪ੍ਰਾਈਵੇਟ ਹਸਪੀਟਲ ਜਿਹੜੇ ਪ੍ਰੋਪਰਲੀ ਅਟੈਂਡ ਨਹੀਂ ਕਰ ਲਏ। ਤਖਤੀਆਂ ਜ਼ਰੂਰ ਉਹਨਾਂ ਨੇ ਆਪਦੇ ਗੇਟ ਮੂਹਰੇ ਹਟਾ ਲਈਆਂ ਪਰ ਉਹ ਅਜੇ ਵੀ ਪੇਸ਼ੈਂਟਸ ਨੂੰ ਅਟੈਂਡ ਨਹੀਂ ਕਰਦੇ ਹੈਗੇ। ਤੁਹਾਨੂੰ ਲੱਗਦਾ ਕਿ ਇਹ ਸਮਾਂ ਹੈਗਾ ਰੀਅਲਾਈਜ਼ ਕਰਨ ਦਾ ਕਿ ਪ੍ਰਾਈਵੇਟ ਸੈਕਟਰ ਨੂੰ ਹਰ ਸਰਕਾਰ ਦੀ ਹੈਲਪ ਰਹਿੰਦੀ ਹੈ ਗਰੋ ਕਰਨ ਦੇ ਵਿੱਚ? ਤੁਹਾਨੂੰ ਲੱਗਦਾ ਕਿ ਹੁਣ ਸਮਾਂ ਹੈਗਾ, ਪਛਾਣਿਆ ਗਿਆ ਕਿ ਗਵਰਨਮੈਂਟ ਸੈਕਟਰ ਨੂੰ, ਹੈਲਥ ਸੈਕਟਰ ਨੂੰ ਇਸ ਤਰ੍ਹਾਂ ਦੇ ਨਾਲ ਸਟੈਂਡ ਕੀਤਾ ਜਾ ਸਕੇ ਇਕੁਅਲੈਂਟ ਟੂ ਪ੍ਰਾਈਵੇਟ ਸੈਕਟਰ? ਮੈਂ ਤੁਹਾਡੇ ਨਾਲ ਸਹਿਮਤ ਹੈ ਕਿ ਐਕਚੁਅਲੀ ਪ੍ਰਾਈਵੇਟ ਸੈਕਟਰ ਨੇ ਬਹੁਤ ਵੱਡਾ ਧੋਖਾ ਦਿੱਤਾ ਹੈ ਪੰਜਾਬ ਦੀ ਜਨਤਾ ਨੂੰ। ਜਦੋਂ ਪੈਸੇ ਕਮਾਉਣ ਦਾ ਟਾਈਮ ਸੀ ਉਦੋਂ ਉਹਨਾਂ ਨੇ ਖੁੱਲੇ ਪੈਸੇ ਖਵਾਏ, ਜਦੋਂ ਔਖੀ ਘੜੀ 'ਚ ਜੋ ਲੋਕਾਂ ਦੇ ਜੰਗ ਲੜਨ ਦੀ ਲੋੜ ਸੀ ਉਦੋਂ ਪ੍ਰਾਈਵੇਟ ਸੈਕਟਰ ਪਿੱਛੇ ਹਟ ਗਿਆ। ਸੋ ਮੈਂ ਤਾਂ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਇੱਕ ਲੈਸਨ ਲੈਣਾ ਚਾਹੀਦਾ ਹੈ ਇਸ ਐਕਟੀ ਸਿਚੁਏਸ਼ਨ ਤੋਂ ਤੇ ਆਪਾਂ ਨੂੰ ਗਵਰਨਮੈਂਟ ਸੈਕਟਰ ਨੂੰ ਜ਼ਿਆਦਾ ਡਿਵੈਲਪ ਕਰਨ ਦੀ ਲੋੜ ਹੈ। ਬਾਦਲ ਸਾਹਿਬ ਬਹੁਤ ਬਹੁਤ ਧੰਨਵਾਦ ਦੈਨਿਕ ਸਵੇਰਾ ਦੇ ਨਾਲ ਗੱਲਬਾਤ ਕਰਨ ਲਈ, ਸਾਨੂੰ ਸਮਾਂ ਦੇਣ ਦੇ ਲਈ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।